ਗੁੱਡ ਮਾਰਨਿੰਗ, ਨਮਸਕਾਰ। 8ਵੀਂ ਜਮਾਤ ਦੇ ਵਿਦਿਆਰਥੀਓ, ਅੱਜ ਦਾ ਸਾਡਾ ਪਾਠ ਹੈ ਕਿੱਕਲੀ ਪਾਠ ਪੁਸਤਕ ਵਿੱਚੋਂ 7ਵਾਂ ਪਾਠ ਮਾੜੀ ਸੰਗਤ ਦਾ ਅਸਰ, ਜੋ ਕਿ ਸੁਭਾਸ਼ ਗੁਪਤਾ ਦੁਆਰਾ ਲਿਖਿਆ ਗਿਆ ਹੈ। ਇਸ ਕਹਾਣੀ ਵਿੱਚ ਲੇਖਕ ਨੇ ਦੱਸਿਆ ਹੈ ਕਿ ਬੁਰੀ ਸੰਗਤ ਦਾ ਅਸਰ ਜਿਸ 'ਤੇ ਪੈ ਜਾਂਦਾ ਹੈ ਉਹ ਆਪਣੀ ਜ਼ਿੰਦਗੀ ਤਬਾਹ ਕਰ ਬੈਠਦਾ ਹੈ। ਜਿਵੇਂ ਅੰਸ਼ੂ ਨੇ ਹਾਲੇ ਬੁਰੀ ਸੰਗਤ ਵਿੱਚ ਪੈਰ ਧਰਿਆ ਹੀ ਸੀ, ਉਸ ਨੂੰ ਜਲਦੀ ਹੀ ਸਮਝ ਆ ਗਈ ਕਿ ਬੁਰੀ ਸੰਗਤ ਮਾੜੀ ਹੈ, ਇਸ ਲਈ ਉਹ ਜਲਦੀ ਹੀ ਬੁਰੀ ਸੰਗਤ ਤੋਂ ਦੂਰ ਹੋ ਗਿਆ। ਅੰਸ਼ੂ ਮਾਪਿਆਂ ਦੀ ਇਕਲੌਤੀ ਸੰਤਾਨ ਸੀ, ਇਸ ਕਰਕੇ ਉਹ ਸਭ ਦਾ ਲਾਡਲਾ ਸੀ। ਉਸਦੇ ਦਾਦਾ ਜੀ ਉਹਨੂੰ ਅਕਸਰ ਘੁਮਾਉਣ ਫਿਰਾਉਣ ਲਈ ਲਿਜਾਂਦੇ ਰਹਿੰਦੇ। ਉਸ ਦੀ ਦਾਦੀ ਉਸਨੂੰ ਰਾਤ ਨੂੰ ਰੌਚਕ ਕਹਾਣੀਆਂ ਸੁਣਾਉਂਦੀ। ਉਸ ਦੀ ਮੰਮੀ ਉਸਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ। ਉਸ ਦੇ ਪਾਪਾ ਥੋੜ੍ਹੇ ਗੁੱਸੇਖੋਰ ਜ਼ਰੂਰ ਸਨ, ਪਰ ਅੰਸ਼ੂ ਨੂੰ ਪਿਆਰ ਕਰਦੇ ਸਨ। ਅੰਸ਼ੂ ਹੁਣ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਕਾਫੀ ਲਾਇਕ ਸੀ। ਉਹ ਜਮਾਤ ਵਿੱਚੋਂ ਫਸਟ ਜਾਂ ਸੈਕਿੰਡ ਆਉਂਦਾ। ਸਾਰੇ ਅਧਿਆਪਕ ਉਸ ਨਾਲ ਬਹੁਤ ਪਿਆਰ ਕਰਦੇ ਸਨ। ਉਹ ਗਾਉਂਦਾ ਵੀ ਬਹੁਤ ਸੁਰੀਲਾ ਸੀ। ਇਸ ਤਰ੍ਹਾਂ ਉਹ ਗਾਇਕੀ ਵਿੱਚ ਵੀ ਕਾਫੀ ਇਨਾਮ ਲਿਆ ਚੁੱਕਾ ਸੀ। ਸੰਦੀਪ ਤੇ ਨਵਦੀਪ ਵੀ ਉਸ ਦੀ ਜਮਾਤ ਵਿੱਚ ਹੀ ਪੜ੍ਹਦੇ ਸਨ। ਉਹ ਪੁੱਜ ਕੇ ਨਲਾਇਕ ਸਨ। ਉਹਨਾਂ ਨੂੰ ਅਕਸਰ ਟੀਚਰ ਕੋਲੋਂ ਮਾਰ ਵੀ ਪੈਂਦੀ ਰਹਿੰਦੀ। ਇਸ ਤਰ੍ਹਾਂ ਮਾਰ ਖਾ ਖਾ ਕੇ ਉਹ ਢੀਠ ਬਣ ਚੁੱਕੇ। ਉਹਨਾਂ ਦੇ ਮਾਪਿਆਂ ਨੇ ਵੀ ਸਕੂਲ ਆ ਕੇ ਉਹਨਾਂ ਦੇ ਬਾਰੇ ਕਦੇ ਨਹੀਂ ਸੀ ਪੁੱਛਿਆ। ਨਕਲਾਂ ਮਾਰ ਕੇ ਉਹ ਪਾਸ ਤਾਂ ਹੋ ਜਾਂਦੇ ਸਨ, ਪਰੰਤੂ ਉਹਨਾਂ ਦੇ ਪੱਲੇ ਕੁਝ ਨਹੀਂ ਸੀ। ਆਮ ਤੌਰ 'ਤੇ ਅੰਸ਼ੂ ਉਹਨਾਂ ਤੋਂ ਦੂਰ ਹੀ ਰਹਿੰਦਾ ਸੀ। ਉਹ ਅੰਸ਼ੂ ਨੂੰ ਨਾਲ ਰਲਾਉਣਾ ਚਾਹੁੰਦੇ ਸਨ। ਉਹ ਅੰਸ਼ੂ ਦਾ ਮਨ ਵੀ ਸ਼ਰਾਰਤਾਂ ਵਾਲੇ ਪਾਸੇ ਲਾਉਣਾ ਚਾਹੁੰਦੇ ਸਨ। ਇੱਕ ਦਿਨ ਅੱਧੀ ਛੁੱਟੀ ਵਾਲੇ ਵੇਲੇ ਉਹਨਾਂ ਨੇ ਅੰਸ਼ੂ ਨੂੰ ਆਈਸ ਕ੍ਰੀਮ ਖੁਆਈ। ਆਈਸ ਕ੍ਰੀਮ ਬੜੀ ਸਵਾਦ ਸੀ। ਇੰਨੀ ਸਵਾਦ ਆਈਸ ਕ੍ਰੀਮ ਉਸਨੇ ਪਹਿਲਾਂ ਕਦੀ ਨਹੀਂ ਸੀ ਖਾਧੀ। ਅਗਲੇ ਦਿਨ ਉਹ ਫਿਰ ਅੰਸ਼ੂ ਨੂੰ ਆਪਣੇ ਨਾਲ ਲੈ ਗਏ। ਉਸ ਦਿਨ ਉਹਨਾਂ ਨੇ ਉਸਨੂੰ ਚਾਕਲੇਟਾਂ ਖੁਆਈਆਂ। ਹੁਣ ਤੱਕ ਅੰਸ਼ੂ ਨੂੰ ਉਹਨਾਂ ਨਾਲ ਖਾਣ ਪੀਣ ਦੀ ਕਾਫੀ ਚਟਕ ਲੱਗ ਚੁੱਕੀ ਸੀ। ਅੰਸ਼ੂ ਦੇ ਪਾਪਾ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਸਨ। ਉਹਨਾਂ ਨੂੰ ਬਹੁਤ ਥੋੜ੍ਹੀ ਤਨਖਾਹ ਮਿਲਦੀ ਸੀ, ਇਸ ਕਰਕੇ ਪੈਸੇ ਧੇਲੇ ਦੀ ਘਰ ਵਿੱਚ ਕਮੀ ਹੀ ਰਹਿੰਦੀ। ਭਾਵੇਂ ਅੰਸ਼ੂ ਦੀ ਮੰਮੀ ਘਰ ਵਿੱਚ ਹੱਥ ਕੁੱਟ ਕੇ ਹੀ ਖਰਚ ਕਰਦੀ, ਫਿਰ ਵੀ ਘਰ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਥੁੜ ਆ ਹੀ ਜਾਂਦੀ। ਉੱਧਰ ਸੰਦੀਪ ਤੇ ਨਵਦੀਪ ਆਪਣੇ ਉਦੇਸ਼ ਵਿੱਚ ਕਾਮਯਾਬ ਹੋ ਰਹੇ ਸਨ। ਉਹਨਾਂ ਨੇ ਅੰਸ਼ੂ ਨੂੰ ਆਪਣੀ ਮੁੱਠੀ ਵਿੱਚ ਚੰਗੀ ਤਰ੍ਹਾਂ ਕਰ ਲਿਆ ਸੀ। ਉਹਨਾਂ ਨੇ ਅੰਸ਼ੂ ਨੂੰ ਖੁਆ ਪਿਲਾ ਕੇ ਚੰਗੇ ਸਬਜ਼ ਬਾਗ ਦਿਖਾ ਦਿੱਤੇ ਸਨ। ਇੱਕ ਵਾਰ ਤਾਂ ਖਾਣ ਪੀਣ ਪਿੱਛੋਂ ਸੰਦੀਪ ਨੇ ਅੰਸ਼ੂ ਨੂੰ ਪੈਸੇ ਦੇਣ ਲਈ ਕਿਹਾ। ਅੰਸ਼ੂ ਨੇ ਉਸਨੂੰ ਕਿਹਾ ਸੀ, ਦੋਸਤ ਅੱਜ ਤੁਸੀਂ ਦੇ ਦਿਓ, ਕੱਲ੍ਹ ਪੈਸੇ ਮੈਂ ਦੇ ਦੇਵਾਂਗਾ। ਕੱਲ੍ਹ ਨੂੰ ਤੇਰੇ ਕੋਲੋਂ ਪੈਸੇ ਕਿੱਥੋਂ ਆਉਣਗੇ? ਨਵਦੀਪ ਬੋਲਿਆ। ਜਿੱਥੋਂ ਮਰਜ਼ੀ ਆਉਣ, ਜਦ ਮੈਂ ਕਹਿ ਰਿਹਾ ਕੱਲ੍ਹ ਨੂੰ ਮੈਂ ਪੈਸੇ ਦੇ ਦੇਵਾਂਗਾ ਤਾਂ ਮੈਂ ਹੀ ਦੇਵਾਂਗਾ। ਅੰਸ਼ੂ ਥੋੜ੍ਹਾ ਔਖਾ ਹੁੰਦਾ ਬੋਲਿਆ। ਸੰਦੀਪ ਨੇ ਨਵਦੀਪ ਨੂੰ ਡਾਂਟਦਿਆਂ ਕਿਹਾ, ਨਵਦੀਪ ਕਿਉਂ ਬਹਿਸ ਰਿਹੈਂ? ਮੈਨੂੰ ਪਤਾ ਹੈ ਅੰਸ਼ੂ ਵਾਅਦੇ ਦਾ ਪੱਕਾ ਹੈ, ਉਹ ਕੱਲ੍ਹ ਨੂੰ ਜ਼ਰੂਰ ਦੇਵੇਗਾ। ਉੱਧਰ ਅੰਸ਼ੂ ਨੇ ਕਹਿ ਤਾਂ ਦਿੱਤਾ ਸੀ, ਪਰ ਉਹ ਪੈਸੇ ਕਿੱਥੋਂ ਤੇ ਕਿਵੇਂ ਲਿਆਏਗਾ, ਇਸ ਬਾਰੇ ਉਹ ਸੋਚ ਰਿਹਾ ਸੀ। ਘਰ ਜਾ ਕੇ ਵੀ ਉਹ ਇਸੇ ਸੋਚ ਵਿੱਚ ਡੁੱਬਿਆ ਰਿਹਾ। ਹੁਣ ਉਹ ਆਪਣੇ ਦੋਸਤਾਂ ਦੇ ਅੱਗੇ ਆਪਣੀ ਹੇਠੀ ਵੀ ਨਹੀਂ ਸੀ ਕਰਾਉਣੀ ਚਾਹੁੰਦਾ। ਅਖੀਰ ਉਸ ਨੇ ਆਪਣੇ ਆਪ ਨੂੰ ਇਸ ਦੁਵਿਧਾ ਵਿੱਚੋਂ ਕੱਢ ਹੀ ਲਿਆ। ਉਹ ਉੱਠਿਆ। ਉਸ ਨੇ ਅੰਦਰ ਜਾ ਕੇ ਦੇਖਿਆ, ਉਸ ਦੇ ਪਾਪਾ ਦੀ ਪੈਂਟ ਟੰਗੀ ਹੋਈ ਸੀ। ਪੈਂਟ ਦੀ ਜੇਬ ਵਿੱਚ ਪਰਸ ਵੀ ਉਸਨੇ ਦੇਖ ਲਿਆ ਸੀ। ਉਸ ਨੇ ਡਰਦੇ ਡਰਦੇ ਪਰਸ ਕੱਢਿਆ ਤੇ ਦੇਖਿਆ ਉਸ ਵਿੱਚ 200-250 ਰੁਪਏ ਸਨ। ਉਸ ਨੇ ਇੱਕ 100 ਦਾ ਨੋਟ ਕੱਢ ਲਿਆ ਸੀ ਤੇ ਆਪਣੇ ਮੰਜੇ 'ਤੇ ਜਾ ਕੇ ਸੌਂ ਗਿਆ। ਅਗਲੇ ਦਿਨ ਉਸ ਨੇ ਸੰਦੀਪ ਤੇ ਨਵਦੀਪ ਨੂੰ ਕਿਹਾ, ਚੱਲੋ ਅੱਜ ਮੇਰੀ ਵਾਰੀ ਹੈ, ਜੋ ਕਹੋਗੇ ਖੁਆਵਾਂਗਾ। ਸੰਦੀਪ, ਨਵਦੀਪ ਤੇ ਅੰਸ਼ੂ ਓਨੀ ਦੇਰ ਤੱਕ ਖਾਂਦੇ ਰਹੇ ਦੇਖਿਆ ਜਦੋਂ ਤੱਕ ਪੈਸੇ ਨਾ ਮੁੱਕ ਗਏ। ਉੱਧਰ ਅਵਿਨਾਸ਼, ਅੰਸ਼ੂ ਦੇ ਪਾਪਾ ਨੇ ਕੰਮ 'ਤੇ ਜਾ ਕੇ ਆਪਣਾ ਪਰਸ ਦੇਖਿਆ ਤਾਂ ਹੈਰਾਨ ਹੀ ਰਹਿ ਗਿਆ। ਉਸ ਵਿੱਚੋਂ ਇੱਕ 100 ਦਾ ਨੋਟ ਗਾਇਬ ਸੀ। ਉਸ ਨੇ ਸੋਚਿਆ ਸ਼ਾਇਦ ਰਮਾ ਨੇ ਕੱਢ ਲਿਆ ਹੋਣਾ ਹੈ, ਪਰ ਰਮਾ ਨੇ ਪਹਿਲਾਂ ਇੰਜ ਕਦੀ ਨਹੀਂ ਸੀ ਕੀਤਾ। ਉਸ ਨੂੰ ਜਦੋਂ
ਕਦੇ ਪੈਸਿਆਂ ਦੀ ਲੋੜ ਪੈਂਦੀ ਸੀ ਉਹ ਮੰਗ ਕੇ ਲਿਆ ਕਰਦੀ ਸੀ। ਉਸ ਦੇ ਮਾਤਾ-ਪਿਤਾ ਨੇ ਵੀ ਬਗੈਰ ਦੱਸੇ ਪੁੱਛੇ ਪੈਸੇ ਨਹੀਂ ਸੀ ਲਏ। ਅਖੀਰ ਉਸ ਦੀ ਸੋਚ ਦੀ ਸੂਈ ਅੰਸ਼ੂ 'ਤੇ ਆ ਕੇ ਟਿਕ ਗਈ, ਪਰ ਅੰਸ਼ੂ ਨੇ ਵੀ ਪਹਿਲਾਂ ਇੰਜ ਨਹੀਂ ਸੀ ਕੀਤਾ। ਸ਼ਾਮ ਪਈ ਉਹ ਘਰ ਆਇਆ। ਉਸ ਨੇ ਸਭ ਕੋਲੋਂ ਪੁੱਛ-ਪੜਤਾਲ ਕੀਤੀ, ਪਰੰਤੂ ਕਿਸੇ ਨੇ ਵੀ ਹਾਮੀ ਨਾ ਭਰੀ। ਅੰਸ਼ੂ ਜਦੋਂ ਨੂੰ ਪੁੱਛਿਆ ਤਾਂ ਉਹ ਥੋੜ੍ਹਾ ਗੁੱਸੇ ਜਿਹੇ ਵਿੱਚ ਬੋਲਿਆ, "ਪਾਪਾ, ਮੈਨੂੰ ਕੀ ਲੋੜ ਪਈ ਸੀ ਪੈਸੇ ਕੱਢਣ ਦੀ? ਤੁਸੀਂ ਆਪ ਹੀ ਕਿਤੇ ਖਰਚ ਲਿਆ ਹੋਣਾ ਤੇ ਇਲਜ਼ਾਮ ਬਾਕੀਆਂ 'ਤੇ ਲਾ ਰਹੇ ਹੋ।" "ਬੇਟਾ, ਮੈਂ ਇਲਜ਼ਾਮ ਨਹੀਂ ਲਾ ਰਿਹਾ। ਮੈਂ ਵੀ ਕਿਤੇ ਖਰਚ ਨਹੀਂ ਕੀਤਾ। ਫਿਰ 100 ਦਾ ਨੋਟ ਗਿਆ ਕਿੱਥੇ?" ਅਵਿਨਾਸ਼ ਨਿਰਾਸ਼ ਹੁੰਦਾ ਬੋਲਿਆ। "ਚਲੋ ਛੱਡੋ, ਕਿਤੇ ਡਿੱਗ-ਡੁੱਗ ਪਿਆ ਹੋਣਾ।" ਰਮਾ ਨੇ ਗੱਲ ਨੂੰ ਖ਼ਤਮ ਕਰਨ ਲਈ ਕਿਹਾ। ਸਵੇਰੇ ਜਦੋਂ ਰਮਾ ਰੋਜ਼ ਦੀ ਆਦਤ ਮੁਤਾਬਕ ਕੱਪੜੇ ਧੋਣ ਲਈ ਇਕੱਠੇ ਕਰ ਰਹੀ ਸੀ ਤਾਂ ਉਸਨੇ ਦੇਖਿਆ ਅੰਸ਼ੂ ਦੀ ਜੇਬ ਵਿੱਚ 10 ਦੇ 2-2 ਨੋਟ ਸਨ। ਉਹ ਸੋਚ ਵਿੱਚ ਪੈ ਗਈ ਕਿ ਅੰਸ਼ੂ ਦੀ ਜੇਬ ਵਿੱਚ ਪੈਸੇ ਕਿੱਥੋਂ ਆਏ। ਅੰਸ਼ੂ ਹਾਲੇ ਸੁੱਤਾ ਪਿਆ ਸੀ। ਉਸਨੇ ਆਪਣੇ ਪਤੀ ਅਵਿਨਾਸ਼ ਨਾਲ ਗੱਲ ਕੀਤੀ। ਉਹ ਵੀ ਹੈਰਾਨੀ ਵਿੱਚ ਪੈ ਗਿਆ। ਕੁਝ ਦਿਨਾਂ ਤੋਂ ਉਸਨੇ ਅੰਸ਼ੂ ਦੀ ਚਾਲ-ਢਾਲ ਵਿੱਚ ਫ਼ਰਕ ਤਾਂ ਦੇਖਿਆ ਸੀ, ਪਰ ਉਸ 'ਤੇ ਸ਼ੱਕ ਨਹੀਂ ਸੀ ਕੀਤਾ। 10 ਦੇ ਨੋਟਾਂ ਨੇ ਉਸਨੂੰ ਸ਼ੱਕੀ ਜ਼ਰੂਰ ਬਣਾ ਦਿੱਤਾ ਸੀ। ਖੈਰ, ਉਸਨੇ ਗੱਲ ਨੂੰ ਆਈ-ਗਈ ਕਰਨ ਬਾਰੇ ਸੋਚਿਆ। ਉਸ ਦਿਨ ਐਤਵਾਰ ਸੀ। ਅੰਸ਼ੂ ਨੂੰ ਸਕੂਲੋਂ ਛੁੱਟੀ ਹੋਣ ਕਰਕੇ ਉਹ ਦੇਰ ਤੱਕ ਸੁੱਤਾ ਰਿਹਾ। ਜਦੋਂ ਸਾਰੇ ਜਣੇ ਨਹਾ ਧੋ ਕੇ ਨਾਸ਼ਤਾ ਕਰਨ ਲੱਗੇ ਤਾਂ ਅਵਿਨਾਸ਼ ਬੋਲਿਆ, "ਅੰਸ਼ੂ, ਤੇਰੀ ਜੇਬ ਵਿੱਚੋਂ ਤੇਰੀ ਮੰਮੀ ਨੂੰ 10 ਦੇ 2 ਨੋਟ ਮਿਲੇ ਹਨ। ਉਹ ਕਿੱਥੋਂ ਆਏ?" "10 ਦੇ 2 ਨੋਟ? ਉਹ ਮੈਨੂੰ ਪਤਾ ਨਹੀਂ ਕਿੱਥੋਂ ਆਏ," ਅੰਸ਼ੂ ਨੇ ਥੋੜ੍ਹਾ ਡਰੇ-ਡਰੇ ਜਿਹੇ ਜਵਾਬ ਦਿੱਤਾ। ਹੁਣ ਤੱਕ ਅਵਿਨਾਸ਼ ਦਾ ਸ਼ੱਕ ਉਸ 'ਤੇ ਪੱਕਾ ਹੋ ਗਿਆ ਸੀ। ਉਹ ਉੱਠਿਆ ਤੇ ਉਸਨੇ ਅੰਸ਼ੂ 'ਤੇ ਹੱਥ ਚੁੱਕਦਿਆਂ ਕਿਹਾ, "ਸੱਚ ਦੱਸ ਦੇ, ਨਹੀਂ ਤਾਂ ਬਹੁਤ ਮਾਰ ਖਾਵੇਂਗਾ।" ਕਿਉਂਕਿ ਅੰਸ਼ੂ ਹਾਲੇ ਇੱਕ ਕੱਚਾ ਚੋਰ ਹੀ ਸੀ, ਜਲਦੀ ਹੀ ਬੋਲ ਪਿਆ, "ਪਾਪਾ, 100 ਦਾ ਨੋਟ ਮੈਂ ਹੀ ਚੋਰੀ ਕੀਤਾ ਸੀ।" ਫਿਰ ਉਸਨੇ ਸੰਦੀਪ ਤੇ ਨਵਦੀਪ ਵਾਲੀ ਸਾਰੀ ਗੱਲ ਵੀ ਦੱਸ ਦਿੱਤੀ। ਉਹ ਨਾਲ ਹੀ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ, "ਪਾਪਾ, ਮੈਥੋਂ ਗਲਤੀ ਹੋ ਗਈ, ਮੈਂ ਅੱਗੋਂ ਨਹੀਂ ਕਰਾਂਗਾ।" ਅਵਿਨਾਸ਼ ਨੇ ਬਜਾਏ ਮਾਰਨ ਦੇ ਅੰਸ਼ੂ ਨੂੰ ਜੱਫੀ ਵਿੱਚ ਲੈ ਲਿਆ। ਉਸਨੂੰ ਸਮਝਾਉਂਦਿਆਂ ਬੋਲਿਆ, "ਅੰਸ਼ੂ, ਮੈਨੂੰ ਤੈਥੋਂ ਇਹ ਉਮੀਦ ਨਹੀਂ ਸੀ। ਤੈਨੂੰ ਪਤਾ ਹੀ ਹੈ ਆਪਾਂ ਘਰ ਦਾ ਖਰਚ ਕਿਵੇਂ ਚਲਾਉਂਦੇ ਹਾਂ, ਤੇਰੇ ਸਕੂਲ ਦਾ ਖਰਚ ਕਿਵੇਂ ਕਰਦੇ ਹਾਂ, ਕਿਵੇਂ ਤੇਰੀ ਮੰਮੀ ਸ਼ਿਕਾਇਤ ਨਹੀਂ ਕਰਦੀ, ਤੇਰੇ ਦਾਦਾ-ਦਾਦੀ ਤੈਨੂੰ ਕਿੰਨਾ ਪਿਆਰ ਕਰਦੇ ਹਨ। ਮੈਨੂੰ ਪਤਾ ਹੈ ਮੈਂ ਘੱਟ ਆਮਦਨ ਹੋਣ ਕਰਕੇ ਤੁਹਾਡੀਆਂ ਰੀਝਾਂ ਪੂਰੀਆਂ ਨਹੀਂ ਕਰ ਸਕਦਾ।" ਉਹ ਮਨ ਭਰਦਾ ਹੋਇਆ ਬੋਲਿਆ। ਜਦ ਨੂੰ ਅੰਸ਼ੂ ਦੇ ਦਾਦਾ-ਦਾਦੀ ਵੀ ਕੋਲ ਆ ਗਏ। ਅੰਸ਼ੂ ਦੀ ਇਸ ਮਾੜੀ ਹਰਕਤ ਨੂੰ ਸੁਣ ਕੇ ਉਹ ਵੀ ਹੈਰਾਨ ਰਹਿ ਗਏ। ਉਹ ਬੋਲੇ, "ਅੰਸ਼ੂ, ਚੰਗਾ ਹੋਇਆ ਤੂੰ ਜਲਦੀ ਹੀ ਸੱਚਾਈ ਕਬੂਲ ਕਰ ਲਈ, ਨਹੀਂ ਤਾਂ ਇੱਕ ਝੂਠ ਨੂੰ ਲੁਕਾਉਣ ਲਈ ਤੈਨੂੰ ਬਹੁਤ ਸਾਰੇ ਝੂਠ ਬੋਲਣੇ ਪੈਣੇ ਸਨ। ਮਾੜੇ ਕੰਮਾਂ ਵਿੱਚ ਪੈ ਕੇ ਤੇਰੀ ਪੜ੍ਹਾਈ ਛੁੱਟ ਜਾਣੀ ਸੀ। ਤੈਨੂੰ ਝੂਠ ਬੋਲਣ, ਚੋਰੀ ਕਰਨ, ਨਸ਼ੇ ਕਰਨ, ਅਵਾਰਾਗਰਦੀ ਕਰਨ ਜਿਹੀਆਂ ਮਾੜੀਆਂ ਆਦਤਾਂ ਲੱਗ ਜਾਣੀਆਂ ਸਨ। ਤੂੰ ਕਿਸੇ ਕੰਮ ਜੋਗਾ ਨਹੀਂ ਸੀ ਰਹਿਣਾ। ਦਾਦੂ ਜੀ, ਪਾਪਾ ਜੀ, ਮੰਮੀ ਜੀ, ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਮੈਂ ਤੁਹਾਤੋਂ ਸਾਰਿਆਂ ਤੋਂ ਮਾਫ਼ੀ ਮੰਗਦਾ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅੱਗੋਂ ਕਦੀ ਵੀ ਅਜਿਹੀ ਗਲਤੀ ਨਹੀਂ ਕਰਾਂਗਾ ਜਿਸ ਨਾਲ ਤੁਹਾਡਾ ਮਨ ਦੁਖੇ।" ਅੰਸ਼ੂ ਰੋਂਦਾ ਹੋਇਆ ਬੋਲਿਆ। "ਅਵਿਨਾਸ਼, ਮੇਰਾ ਖਿਆਲ ਹੈ ਅੰਸ਼ੂ ਠੀਕ ਕਹਿ ਰਿਹਾ ਹੈ। ਸਾਨੂੰ ਇੱਕ ਵਾਰੀ ਇਸ 'ਤੇ ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਹੈ। ਕਹਿੰਦੇ ਹਨ, ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਭੁੱਲਿਆ ਨਹੀਂ ਅਖਵਾਉਂਦਾ।" "ਠੀਕ ਹੈ ਪਿਤਾ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ," ਅਵਿਨਾਸ਼ ਬੋਲਿਆ। ਸਾਰਿਆਂ ਨੇ ਅੰਸ਼ੂ ਨੂੰ ਮਾਫ਼ ਕਰ ਦਿੱਤਾ। ਅੰਸ਼ੂ ਨੇ ਵੀ ਸਭ ਦਾ ਪੂਰਾ ਮਾਣ ਰੱਖਿਆ। ਉਸਨੇ ਉਸ ਦਿਨ ਤੋਂ ਹੀ ਸੰਦੀਪ ਤੇ ਨਵਦੀਪ ਦੀ ਸੰਗਤ ਛੱਡ ਦਿੱਤੀ। ਵਿਦਿਆਰਥੀਓ, ਇਸ ਵੀਡੀਓ ਨੂੰ ਤੁਸੀਂ ਸੁਣੋਗੇ ਅਤੇ ਖੁਦ ਆਪ ਰੀਡਿੰਗ ਕਰੋਗੇ। ਉਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਆਪਣੀ ਕਾਪੀ ਵਿੱਚ ਲਿਖੋਗੇ, ਬੁੱਕ ਵਰਕ ਟਰਾਈ ਕਰੋਗੇ ਅਤੇ ਇਸ ਨੂੰ ਵਰਕਸ਼ੀਟ 6 ਦਾ ਨਾਮ ਦੇਵੋਗੇ।